ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਜਿਸ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਧਾਨਾਂ ਤੇ ਆਖਰ ਐਫਆਈਆਰਾਂ ਕਿਉਂ ਹੁੰਦੀਆਂ ਨੇ। ਜਿਹੜੇ ਗੁਰੂ ਘਰ ਦੇ ਅੱਗੇ ਹਰ ਕੋਈ ਨਤਮਸਤਕ ਹੁੰਦਾ ਹੈ, ਉੱਥੋਂ ਦੇ ਪ੍ਰਧਾਨ ਦੇ ਉੱਤੇ ਐਫਆਈਆਰ ਮੁਕੱਦਮਾ ਕਿਉਂ। ਇਸ ਨਾਲ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਮਨਜਿੰਦਰ ਸਿੰਘ ਸਿਰਸਾ। ਸਿਰਸਾ ਸਾਹਿਬ, ਜਦੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਲੇਕਿਨ ਮੈਂ ਇੱਕ ਜਿਹੜਾ ਸ਼ੁਰੂ ਕਰਨ ਲੱਗਾ, ਲੋਕਡਾਊਨ ਹੋਇਆ ਤੇ ਹਰ ਪਾਸੇ ਤਾਰੀਫ ਸੀ ਮਨਜਿੰਦਰ ਸਿੰਘ ਸਿਰਸਾ ਟੀਮ ਦੀ, ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ। ਲੇਕਿਨ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਐਫਆਈਆਰ ਹੋਵੇ, ਸ਼ਰਮਨਾਕ ਹੈ। ਨਹੀਂ, ਬਿਲਕੁਲ ਸ਼ਰਮਨਾਕ ਹੈ, ਕਿਉਂਕਿ ਇਹ ਤੇ ਇੱਕ ਸਾਡੇ ਵਾਸਤੇ ਇੱਕ ਸਟਿਗਮਾ ਹੈ ਜਿਹੜਾ ਮਨਜੀਤ ਸਿੰਘ ਜੀ ਕੇ ਦਰਿੰਦਿਆਂ ਸ਼ੁਰੂ ਹੋਇਆ। ਕਿਉਂ ਹਟਾਉਣਾ ਪਿਆ ਉਹਨੂੰ? ਕਿਉਂਕਿ ਉਹਨੇ ਐਸੀ ਕਰਪਸ਼ਨ ਕੀਤੀ, ਕੋਰਟ ਨੇ ਆਰਡਰ ਕੀਤੇ, ਮੁਕੱਦਮੇ ਦਰਜ ਹੋਏ। ਮੁਕੱਦਮੇ ਦਰਜ ਹੋਣ ਤੋਂ ਬਾਅਦ ਕੋਰਟ ਨੇ ਆਬਜ਼ਰਵੇਸ਼ਨ ਦਿੱਤੀ ਕਿ ਕਰੋੜਾਂ ਰੁਪਇਆ ਇਹਨੇ ਬਾਹਰ ਕੱਢਿਆ ਹੈ, ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅੱਜ ਉਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਇੱਕ ਹੋਰ ਮੁਕੱਦਮਾ ਦਰਜ ਹੋ ਗਿਆ। ਅੱਜ ਜੱਜ ਨੇ ਫੇਰ ਕਿਹਾ, ਅੱਜ ਆਈ ਸਾਹਿਬ ਨੇ ਇੱਥੋਂ ਤਾਈਂ ਕਹਿ ਦਿੱਤਾ ਕਿ ਮਨਜੀਤ ਸਿੰਘ ਜੀਕੇ ਦੇ ਮੁਕੱਦਮਾ ਦਰਜ ਹੋ ਰਹੇ, ਉਹਦੀ ਕਸਟੋਡੀਅਲ ਇੰਟੈਰੋਗੇਸ਼ਨ ਹੋਵੇ, ਉਹਦੇ ਸਰਚ ਹੋਵੇ ਪ੍ਰੈਮਿਸਿਸ ਦੀ ਔਰ ਰਿਕਵਰੀ ਹੋਵੇ ਪੈਸੇ ਦੀ। ਸੋ ਇਹ ਤਾਂ ਕੋਈ ਸ਼ੱਕ ਨਹੀਂ ਕਿ ਇੱਕ ਗੁਰਦੁਆਰਾ ਕਮੇਟੀ ਦੇ ਵਾਸਤੇ ਇੱਕ ਸਭ ਤੋਂ ਜਿਹਨੂੰ ਕਹਿੰਦੇ ਨੇ ਮਾੜਾ ਸਮਾਂ ਹੈ ਜਦੋਂ ਗੁਰਦੁਆਰੇ ਦੇ ਪ੍ਰਬੰਧ ਚਲਾਉਣ ਦੇ ਵਾਲਿਆਂ ਦੇ ਉੱਤੇ ਇਸ ਤਰ੍ਹਾਂ ਮੁਕੱਦਮੇ ਦਰਜ ਹੋਣ। ਔਰ ਵੱਡੀ ਗੱਲ ਇਹ ਆ ਕਿ ਇਹ ਸਾਰਾ ਸਿਲਸਿਲਾ ਕਿਉਂ ਬਣਿਆ? ਕਿਉਂਕਿ ਜਦੋਂ 6 ਸਾਲ ਤੱਕ ਐਸੇ ਪ੍ਰਬੰਧ ਚਲਾਏ ਗਏ ਜਿਨ੍ਹਾਂ ਦੇ ਅੰਦਰ ਲੁੱਟ ਖਸੁੱਟ ਐਸੇ ਕੰਮ ਕੀਤੇ ਗਏ ਔਰ ਬੇਪਰਵਾਹ ਹੋ ਕੇ ਸੋਚਿਆ ਗਿਆ ਵੀ ਕੋਈ ਨੇ ਮੈਨੂੰ ਤਾਂ ਕੋਈ ਸਵਾਲ ਪੁੱਛ ਨਹੀਂ ਸਕਦਾ, ਨਾਲ ਜੀਐਮ ਵੀ ਰਲ ਗਿਆ ਸਾਰ, ਉਹ ਇੱਕ ਜਿਹੜਾ ਦੌਰ ਆ, ਉਸ ਦੌਰ ਕਾਲੇ ਦੌਰ ਨੇ ਸਾਡੇ ਜਿਹੜੀ ਆ ਉਹ ਅੱਜ ਵੀ ਸਾਡਾ ਪਿੱਛਾ ਛੱਡਣ ਦਾ ਨਾਮ ਨਹੀਂ ਲੈ ਰਹੇ। ਲੇਕਿਨ ਜਿਹੜੇ ਕਾਗਜ਼ ਉਹਨਾਂ ਵੱਲੋਂ ਜਨਤਕ ਕੀਤੇ ਗਏ, ਤੁਹਾਡੇ ਦਸਖਤ ਨੇ ਉੱਤੇ, ਤੇ ਫਿਰ ਜਨਰਲ ਸੈਕਟਰੀ, ਤੁਸੀਂ ਜਨਰਲ ਸੈਕਟਰੀ ਸੋ, ਤੇ ਜਨਰਲ ਸੈਕਟਰੀ ਕਿਵੇਂ ਬਾਹਰ ਹੋ ਸਕਦਾ ਫਿਰ ਉਸ ਚੀਜ਼ 'ਚੋਂ? ਨਹੀਂ ਹੋ ਸਕਦਾ, ਕਦੀ ਨਹੀਂ ਹੋ ਸਕਦਾ। ਮੈਂ ਤੁਹਾਨੂੰ ਇਹ ਪੜ੍ਹ ਕੇ ਦਿਖਾਉਣਾ ਚਾਹੁੰਦਾ ਔਰ ਮੈਂ ਚਾਹੂੰਗਾ ਕਿ ਤੁਹਾਡੇ ਕੈਮਰਾਮੈਨ ਨੂੰ ਇਹਨੂੰ ਜ਼ਰੂਰ ਦਿਖਾਵੇ। ਦੇਖੋ, ਉਹਨਾਂ ਲਿਖਦੇ ਆ ਅਮਾਊਂਟ 20 ਲੱਖ ਰੁਪਏ ਨੂੰ ਮਾਰਕ ਕਰਕੇ ਲਿਖਦੇ ਆ ਕਿ 3,59,000 ਰੁਪਇਆ ਬਾਕੀ ਪੇ ਕੀਤਾ ਜਾਵੇ। ਇੱਥੇ ਲਿਖਦੇ ਆ ਆਪਣੇ ਹੈਂਡ ਰਾਈਟਿੰਗ ਨਾਲ, ਟੋਟਲ ਬਿੱਲ ਆਫ 17 lakhs ਬੈਲੈਂਸ ਟੂ ਬੀ ਪੇਡ ਮਨਜੀਤ ਸਿੰਘ ਜੀਕੇ। ਉਹਦੇ ਥੱਲੇ ਮਨਜਿੰਦਰ ਸਿੰਘ ਸਿਰਸਾ ਸਾਈਨ ਕਰਦਾ ਹੈ। ਮਨਜੀਤ ਸਿੰਘ ਜੀਕੇ ਆਪਣੇ ਹੈਂਡ ਰਾਈਟਿੰਗ ਲਿਖਦੇ, ਉਹ ਥੱਲੇ ਮਨਜਿੰਦਰ ਸਿੰਘ ਸਿਰਸਾ ਸਾਈਨ ਕਰਦਾ ਹੈ। ਇਹ ਸਾਰੇ ਕੰਮ ਕੀ ਆ? ਗੁਰਦੁਆਰਾ ਰਕਾਬਗੰਜ ਸਾਹਿਬ, ਬੰਗਲਾ ਸਾਹਿਬ, ਮਜਨੂ ਕਾ ਟੀਲਾ, ਲੱਖੀ ਸ਼ਾਹ ਬੰਜਾਰਾ ਹਾਲ, ਬੰਗਲਾ ਸਾਹਿਬ, ਨਾਨਕ ਪਿਆਊ, ਜੰਤਰ ਮੰਤਰ, ਰਕਾਬਗੰਜ ਸਾਹਿਬ, ਮਾਤਾ ਸੁੰਦਰੀ ਕਾਲਜ, ਬਾਲਾ, ਸਾਰੇ ਪ੍ਰੋਗਰਾਮ ਨੇ। ਹੁੰਦਾ ਕਿ ਜਦੋਂ ਇਹ ਕੰਮ ਕਰਾਇਆ ਜਾਂਦਾ ਹੈ, ਉਸ ਵੇਲੇ ਜਿਸ ਨੇ ਕੰਮ ਕੀਤਾ ਰਾਜਾ ਟੈਂਟ ਨੇ, ਉਹਨੇ ਜਿਹੜੇ ਬਿੱਲ ਦਿੱਤੇ, ਜਿਹੜੀ ਕਿ ਕੋਰਟ ਨੇ ਕੰਪਲੇਂਟ ਇਹ ਸੀਗੀ ਕਿ ਜਦੋਂ ਇਹ ਕੰਮ ਕਰਾਏ ਗਏ ਦਿੱਲੀ ਕਮੇਟੀ ਨੇ, ਇਹਨਾਂ ਕੰਮਾਂ ਦੀ ਇੱਕ ਕੰਮ ਦੇ ਦੋ ਅਲੱਗ-ਅਲੱਗ ਬੰਦੇ ਨੂੰ ਪੈਸੇ ਦਿੱਤੇ ਗਏ। ਇਹ ਸੀਗੀ ਕੰਪਲੇਂਟ, ਜਿਸ ਨੂੰ ਪਰਮਜੀਤ ਸਿੰਘ ਸਰਨਾ ਨੇ ਕੰਪਲੇਂਟ ਜਦੋਂ ਪਾਈ, ਅਸੀਂ ਉਦੋਂ ਵੀ ਕਿਹਾ ਕਿ ਸਾਡਾ ਅਕਾਊਂਟ ਜਨਤਕ ਆ, ਕਿਸੇ ਕੋਲ ਜਾਣ ਦੀ ਲੋੜ ਨਹੀਂ, ਸਾਡੇ ਕੋਲ ਹੀ ਆਓ, ਸਾਨੂੰ ਹੀ ਆ ਕੇ ਦਿਖਾਓ। ਔਰ ਮੈਂ ਖੁਦ ਸਭ ਮੈਂਬਰਾਂ ਨੂੰ ਚਿੱਠੀ ਓਪਨ ਲੈਟਰ ਲਿਖੀ ਕਿ ਜਿੰਨੇ ਵੀ ਆਪਣੇ ਕੋਈ ਵੀ ਚੈੱਕ ਕਰਨਾ ਹੋਵੇ, ਅੱਜ ਵੀ ਤੁਹਾਡੇ ਟੀਵੀ ਚੈਨਲ 'ਤੇ ਵੀ ਅਸੀਂ ਇਹ ਕਹਿ ਰਹੇ ਹਾਂ, ਸਾਡਾ ਅੱਜ ਵੀ ਇਹੀ ਆ, ਕੋਈ ਸਿੰਘ ਸਭਾ ਆਉਣਾ ਚਾਹੇ। ਮੈਂ ਤਾਂ ਕਹਿੰਦਾ ਪਰਮਜੀਤ ਸਿੰਘ ਸਰਨਾ ਆਪਣੇ ਨਾਲ ਮੀਡੀਆ ਲਿਆਵੇ, ਲੋਕ ਲਿਆਵੇ, ਸਾਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਸਾਡੇ ਜਿੰਨਾ ਟਰਾਂਸਪੇਰੈਂਟ ਕਿਸੇ ਦਾ ਸਿਸਟਮ ਨਹੀਂ ਹੈਗਾ। ਉਹਨਾਂ ਕੰਪਲੇਂਟ ਪਾਈ, ਜੱਜ ਸਾਹਿਬ ਨੇ ਇੱਕ ਅਬਜ਼ਰਵ ਕਰਕੇ ਲਿਖਿਆ ਵੀ ਹਾਂ ਵੈਰੀਫਾਈ ਹੋ ਗਿਆ, ਇੱਕ ਕੰਮ ਦੀ 2 ਵਾਰ ਪੇਮੈਂਟ ਨਹੀਂ ਹੋਈ, ਪਹਿਲੀ ਗੱਲ। ਦੂਜੀ ਜੱਜ ਸਾਹਿਬ ਨੇ ਗੱਲ ਇਹ ਲਿਖੀ, ਕਿਉਂਕਿ ਇਹ ਜਿਹੜੀ ਪੇਮੈਂਟ ਕੀਤੀ ਗਈ ਆ ਇਹ ਲੈਟਰ ਹੈਡ 'ਤੇ ਆ ਔਰ ਇੱਥੇ ਕਿਸੇ ਦੇ ਸਾਈਨ ਨਹੀਂ, ਜਦੋਂ ਕਿ ਇਹ ਗਲਤ ਸੀਗਾ। ਜਿਹੜਾ ਕੇਸ ਉਹਨਾਂ ਨੇ ਦਿੱਤਾ, ਉਹ ਉਹਨਾਂ ਨੇ ਕਾਗਜ਼ ਉਹ ਦਿੱਤੇ ਆ ਜਿਹਨੂੰ ਕਿ ਕਹਿੰਦੇ ਨੇ ਚਲਾਨ, ਜਿਹ 'ਚ ਮਾਲ ਆਉਂਦਾ ਹੈ। ਜਿਹੜੇ ਬਿੱਲ ਨੇ ਸਾਡੇ ਕੋਲ ਓਰੀਜਨਲ ਬਿੱਲ ਨੇ। ਲੇਕਿਨ ਸਿਰਸਾ ਸਾਹਿਬ, ਸਵਾਲ ਹੈਗਾ ਕਿ ਤੁਹਾਡੇ ਸਾਈਨ ਤੇ ਹੈਗੇ ਨੇ ਨਾਮ। ਜੇ ਜਨਰਲ ਸੈਕਟਰੀ ਸਾਈਨ ਕਰ ਰਿਹਾ ਹੈ ਡੀਐਸਜੀਐਮਸੀ ਦਾ, ਤੇ ਆਖਰ ਡੀਐਸਜੀਐਮਸੀ ਦਾ ਜਿਹੜਾ ਜਨਰਲ ਸੈਕਟਰੀ, ਉਹਦੀ ਕੁਛ ਤੇ ਵੈਲਿਊ ਹੋਏਗੀ ਨਾ। ਜੇਕਰ ਉਹ ਸਾਈਨ ਕਰ ਰਿਹਾ ਹੈ ਤੇ ਜਦੋਂ ਉਹ ਸਾਈਨ ਕਰ ਰਿਹਾ ਤੇ ਇਹਦਾ ਮਤਲਬ ਜ਼ਿੰਮੇਵਾਰੀ ਤਾਂ ਬਣਦੀ ਹੈ। ਤੇ ਮੈਂ ਤਾਂ ਇਹ ਜਵਾਬ ਦੇ ਰਿਹਾ ਕਿ ਗਲਤ ਨਹੀਂ ਹੋਇਆ, ਇਹੀ ਤਾਂ ਮੈਂ ਕਹਿ ਰਿਹਾ। ਮੈਂ ਤੁਹਾਨੂੰ ਪੜ੍ਹ ਦਿੰਦਾ, ਮੈਂ ਇਹੀ ਤਾਂ ਕਹਿ ਰਿਹਾ ਕਿਉਂਕਿ ਮੇਰੇ ਜਿਹੜੇ ਕਾਗਜ਼ ਤੇ ਮੇਰੀ ਜ਼ਿੰਮੇਵਾਰੀ, ਦੇਖੋ ਮਨਜੀਤ ਨੇ ਗਲਤ ਕੀਤਾ ਨਹੀਂ ਕੀਤਾ ਮੈਨੂੰ ਨਹੀਂ ਜਾਂਦਾ, ਪਰ ਜੇ ਮੇਰੇ ਸਾਈਨ ਨੇ ਤੇ ਮੇਰੀ ਜ਼ਿੰਮੇਵਾਰੀ ਆ, ਮੈਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦਾ। ਮੇਰੀ ਜ਼ਿੰਮੇਵਾਰੀ ਅਗਰ ਉਹ ਗਲਤ ਵੀ ਕਰ ਰਿਹਾ ਹੈ ਨਾ, ਤਾਂ ਵੀ ਮੈਂ ਉਹਨੂੰ ਗਲਤ ਨਾ ਕਰਨ ਦੇਵਾਂ, ਇਹ ਵੀ ਮੇਰੀ ਜ਼ਿੰਮੇਵਾਰੀ ਆ, ਤੇ ਮੈਂ ਤੇ ਖੜਾ ਹਾਂ। ਦੇਖੋ, ਮੈਂ ਤੁਹਾਨੂੰ 1 ਮਿੰਟ ਲੱਗੇਗਾ, ਬੜਾ ਇੰਪੋਰਟੈਂਟ ਆ, ਤੁਹਾਡੀ ਇਹ ਜਾਣਕਾਰੀ ਚਾਹਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੀ ਕਨਫਿਊਜ਼ਨ ਕ੍ਰੀਏਟ ਕੀਤੀ ਜਾਂਦੀ ਹੈ ਨਾ, ਬੇਸਿਕਲੀ ਮੁਕੱਦਮੇ ਇੰਨੇ ਦਰਜ ਹੋ ਗਏ ਉਹਦੇ ਤੇ, ਉਹ ਹੁਣ ਕਿਤੇ ਵੱਲ ਪੇਜ ਪਾ ਕੇ ਉਹਨਾਂ ਇਹ ਸਭ ਦਾ ਟਾਰਗੇਟ ਸਿਰਸਾ ਹੈ। ਆਮ ਆਦਮੀ ਪਾਰਟੀ ਦਾ ਟਾਰਗੇਟ ਸਿਰਸਾ ਹੈ, ਸਰਨਾ ਦਾ ਸਿਰਸਾ ਹੈ, ਜੀਕੇ ਦਾ ਸਿਰਸਾ ਹੈ, ਪੰਥਕ ਜਿੰਨੇ ਨੇ ਉਹਨਾਂ ਟਾਰਗੇਟ। ਆਖਿਰ ਸਿਰਸਾ ਕਿਉਂ? ਮੈਂ ਦੱਸਦਾ ਕਿਉਂ। ਮੇਰੇ ਕਰਕੇ ਨਹੀਂ, ਸਿਰਸਾ ਇਸ ਕਰਕੇ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜੋ ਪਿਛਲੇ ਦਿਨਾਂ 'ਚ ਉਚਾਈਆਂ ਹਾਸਲ ਕੀਤੀਆਂ ਨੇ ਆਪਣੀ ਸੇਵਾਵਾਂ ਦੇ ਚੱਲਦੇ, ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਤੇ ਉਹਨਾਂ ਦਾ ਅਕਸ ਖਰਾਬ ਹੋ ਰਿਹਾ ਹੈ। ਉਹਨਾਂ ਤੋਂ ਰਾਜਨੀਤੀ ਕਰਨੀ ਹੈ, ਉਹਨਾਂ ਨੂੰ ਕੋਈ ਕਿਸੇ ਚੀਜ਼ ਨਾਲ ਮਤਲਬ ਨਹੀਂ। ਉਹ ਤੇ ਕੁਰਸੀਆਂ 'ਤੇ ਕਾਬਜ ਹੋਣ ਵਾਸਤੇ ਉਹ ਕਿਸੇ ਹੱਦ ਤੱਕ ਵੀ ਜਾਣਗੇ। ਹੁਣ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਪੜ੍ਹ ਕੇ ਦੇਣਾ ਚਾਹੁੰਦਾ। ਇਹ ਜੱਜ ਸਾਹਿਬ ਆਪ ਖੁਦ ਜਿਹੜੀ ਗੱਲ ਕਰਦੇ ਪਏ, ਮੈਂ ਉਹਨਾਂ ਦੀ ਗੱਲ ਦੱਸ ਰਿਹਾ। ਉਹ ਲਿਖ ਰਹੇ ਨੇ, ਪੁਲਿਸ ਹੈਜ਼ ਇਨਕੁਆਇਰਡ ਸ਼੍ਰੀ ਸਤੀਸ਼ ਪੁਰਥੀ, ਰਾਜਾ ਪੁਰਥੀ, ਇਨ ਦੀ ਕਪੈਸਿਟੀ ਆਫ ਪ੍ਰੋਪਰਾਈਟਰ ਆਫ ਰਾਜਾ ਟੈਂਟ ਹਾਊਸ ਐਂਡ ਰਾਈਜ਼ਿੰਗ ਬਾਲ।
ਦੋਵਾਂ ਦੇ ਨਾਮ ਆ ਗਏ। ਉਹਨੇ ਕਿਹਾ ਇਹ ਕੰਪਲੇਂਟ ਇਹ ਸੀ ਕਿ ਇਹਨਾਂ ਦੋਵਾਂ ਨੂੰ ਕੰਮ ਦਿੱਤਾ, ਇਹਨਾਂ ਦੋਵਾਂ ਨੂੰ ਇੱਕ ਕੰਮ ਦੇ ਦੋ ਵਾਰ ਪੈਸੇ ਅਲੱਗ-ਅਲੱਗ ਦਿੱਤੇ ਗਏ। ਐਂਡ ਹੀ ਸਟੇਟਡ ਦੈਟ ਦਿਸ ਟੈਂਟ ਹਾਊਸ ਵਾਸ ਨਾਟ ਹੈਵਿੰਗ ਸਰਵਿਸ ਟੈਕਸ ਨੰਬਰ, therefore DSGMC refused to make any payment ਦੇਣ ਤੋਂ ਅਸੀਂ ਮਨਾ ਕਰ ਦਿੱਤਾ। then he again sent challans of Rising Ball to claim the payment and further stated by him that he provided services to DSGMC tune of 2 crore rupees and only 70 lakh was been done, the 70 lakh has been done and balance of 80 lakh still he owes a liability of 80 lakh to ਸਾਡੇ ਤੋਂ। ਕਿਉਂਕਿ ਸਾਡੀ ਨਜ਼ਰ 'ਚ ਜਿਹਨੂੰ 2 ਕਰੋੜ ਦਾ ਕੰਮ ਕਹਿ ਰਿਹਾ ਹੈ, ਸਾਡੀ ਨਜ਼ਰ 'ਚ ਕੰਮ ਹੀ 70 ਲੱਖ ਦਾ, ਅਸੀਂ ਨੂੰ 70 ਲੱਖ ਰੁਪਏ ਦਿੱਤਾ ਹੈ, 1.5 ਸਾਲ ਦੇ ਕੰਮ ਨੇ ਸਾਰੇ। ਸੋ ਕੋਈ ਸਾਡਾ ਦੂਜਾ ਕੀ ਸੀਗਾ, ਦੂਜਾ ਇਹ ਸੀਗਾ ਜੀ ਕਿ ਇੱਥੇ ਬੀਜੇਪੀ ਦਾ ਪ੍ਰੋਗਰਾਮ ਕੀਤਾ ਗਿਆ, ਜਦੋਂ ਕਿ ਜਿਹੜੇ ਗਰੀਬ ਲੋਕ ਸੜਕਾਂ 'ਤੇ ਮਰ ਰਹੇ ਸੀ ਉਹਨਾਂ ਵਾਸਤੇ ਸ਼ੈਲਟਰ ਹੋਮ ਬਣਾਏ ਗਏ ਔਰ ਉਹ 'ਚ ਉਹਨਾਂ ਨੂੰ ਲੰਗਰ ਪਾਣੀ ਛਕਾਇਆ ਗਿਆ। ਅਗਰ ਲੰਗਰ ਪਾਣੀ ਛਕਾਉਣਾ ਕੋਈ ਪਾਰਟੀ ਦਾ ਕੰਮ ਹੋ ਸਕਦਾ ਹੈ ਤੇ ਫਿਰ ਇਹਦਾ ਤੇ ਕਿਸੇ ਨੂੰ ਕੋਈ ਜਵਾਬ ਦੇਣ ਸਾਰਾ ਦਿਨ ਸਾਡੀ ਸੇਵਾ ਹੀ ਇਹ ਹੈ, ਲੰਗਰ ਹੀ ਤੇ ਸਾਡੀ ਸੇਵਾ ਹੈ ਸਾਰਾ ਦਿਨ। ਸੋ ਅਸੀਂ ਜਿਹੜੇ ਗੱਲ ਤੇ ਮਨਜਿੰਦਰ ਸਿੰਘ ਸਿਰਸਾ ਦੇ ਸਾਈਨ ਆ, ਤਾਂ ਹੀ ਮੈਂ ਕਿਹਾ ਚਾਹੇ ਉਹ ਮਨਜੀਤ ਕਿੱਡਾ ਗਲਤ ਹੋਵੇ, ਲੇਕਿਨ ਅਗਰ ਮੈਂ ਸਾਈਨ ਕਰੂੰਗਾ ਮੇਰੀ ਜਵਾਬਦੇਹੀ ਹੈ, ਮੈਂ ਪਿੱਛੇ ਨਹੀਂ ਹਟ ਸਕਦਾ। ਬਿਲਕੁਲ ਨਾ ਗਲਤ ਹੋਇਆ ਹੈ ਨਾ ਮੇਰੇ ਬੈਠਾ ਗਲਤ ਹੋ ਸਕਦਾ। ਅੱਜ 2 ਸਾਲ ਹੋ ਗਏ ਸਾਨੂੰ, ਦੱਸ ਦਿਓ ਕੋਈ ਇੱਕ ਪਿੰਨ ਜਿੰਨੀ ਵੀ ਗੱਲ ਵੀ ਕੱਢ ਸਕਦਾ ਹੋਵੇ। ਇਹ ਸਾਰਾ ਕੰਮ ਮਨਜੀਤ ਦਾ ਹੀ ਕਿਉਂ ਆ? ਕਿਉਂ ਮਨਜੀਤ ਦਾ ਹੀ 6 ਸਾਲਾਂ ਦਾ ਸਾਰਾ ਗੰਦ ਆ, ਗੰਦ ਨੂੰ ਢੋਈ ਜਾਂਦੇ ਪਏ। ਲੇਕਿਨ ਇੱਕ ਜਿਹੜਾ ਸਵਾਲ ਬੜਾ ਵੱਡਾ ਹੈਗਾ ਕਿ ਕੋਰਟ ਦੇ ਆਰਡਰ ਨੇ ਤੁਹਾਡੇ ਵਾਲੇ ਮਾਮਲੇ ਜਿਹੜੀ FIR ਹੈ ਗੁਰੂ ਦੀ ਗੋਲਕ ਦੀ ਲੁੱਟ ਹੋਈ, ਉਸ ਮਾਮਲੇ 'ਚ ਲੱਗਦਾ ਨਹੀਂ ਕਿ ਸਾਫ਼ ਗੋਈ ਹੋਣੀ ਚਾਹੀਦੀ ਹੈ ਕਿ ਦਿੱਲੀ ਕਮੇਟੀ ਦੇ ਤਾਂ ਹੀ ਨਾ ਦੇਖੋ, ਬਹੁਤ ਸਹੀ ਗੱਲ ਤੁਸੀਂ ਕਹੀ। ਪਹਿਲੀ ਗੱਲ ਆ, ਪੁਲਿਸ ਨੇ ਵੀ ਆਪਣੀ ਕੰਪਲੇਂਟ ਦਿੱਤੀ। ਮੈਂ ਤੁਹਾਨੂੰ ਇੱਕ ਬੜਾ ਇੰਪੋਰਟੈਂਟ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਕੱਲ੍ਹ ਦਾ ਇਹਨਾਂ ਨੇ ਪ੍ਰਚਾਰ ਵੀ ਕੀਤਾ, ਮੈਂ ਕੱਲ੍ਹ ਵੀ ਗੱਲ ਕਹੀ, ਪਰ ਤੁਸੀਂ ਅੱਜ ਅੱਛਾ ਕੀਤਾ ਕਿ ਤੁਸੀਂ ਅੱਜ ਦੇਖੋ। ਕੋਰਟ ਨੇ ਬਕਾਇਦਾ ਇਹ ਗੱਲ ਕਹੀ, ਇਹਨਾਂ ਨੇ ਮੇਰੇ ਇਕੱਲੇ ਦੇ ਖਿਲਾਫ ਕੰਪਲੇਂਟ ਦਿੱਤੀ। ਮਨਜਿੰਦਰ ਸਿੰਘ ਦਾ ਇਹਨਾਂ ਦੀ ਕੰਪਲੇਂਟ ਆ, ਜਿਸ 'ਚ ਇਹਨਾਂ ਨੇ ਮੇਰੇ ਮਨਜਿੰਦਰ ਸਿੰਘ ਸਿਰਸਾ ਦੇ ਇਕੱਲੇ ਦੇ ਖਿਲਾਫ ਕੰਪਲੇਂਟ ਦਿੱਤੀ। ਲੇਕਿਨ ਜੱਜ ਨੇ ਇਹ ਕਿਹਾ ਕਿ ਨਹੀਂ, ਜਿੰਨੇ ਸਾਈਨ ਕੀਤੇ ਆ, ਮੈਂ ਪੜ੍ਹ ਕੇ ਦੱਸਦਾ ਉਹਨਾਂ ਜੋ ਲਿਖਿਆ, ਉਹਨੇ ਕਿਹਾ ਨਹੀਂ, ਮਨਜੀਤ ਜਿਹੜਾ ਉਸ ਵੇਲੇ ਦਾ ਪ੍ਰੈਜ਼ੀਡੈਂਟ ਆ, the allegation leveled against Manjinder Singh Sirsa and other members of DIGMC are in serious of nature. The role of the then president is under scanner as the payment checks being signed by him. ਹੁਣ ਗੱਲ ਇਹ ਆ, ਇਹਨਾਂ ਤੇ ਮੇਰੇ ਖਿਲਾਫ ਕੱਲ੍ਹ ਦੀ ਕੰਪਲੇਂਟ ਦਿੱਤੀ ਸੀ, ਇਹਨਾਂ ਤੇ ਦੂਜਾ ਨਾਮ, ਕਿਉਂਕਿ ਮਨਜੀਤ ਜੀ ਕਿਤੇ ਦੋਵੇਂ ਇਕੱਠੇ ਹੀ ਕਰ ਰਹੇ ਸੀਗੇ, ਤੇ ਇਹਨਾਂ ਤੇ ਮੇਰੇ ਖਿਲਾਫ ਕੱਲ੍ਹ ਦੀ ਕੰਪਲੇਂਟ ਦਿੱਤੀ। ਲੇਕਿਨ ਜੱਜ ਨੇ ਵੀ ਆਪਣੀ ਆਬਜ਼ਰਵੇਸ਼ਨ 'ਚ ਵੀ ਕੱਢ ਕੇ ਦਿੱਤਾ, ਔਰ ਜਦੋਂ FIR ਲੌਜ ਹੁੰਦੀ ਆ ਆਏ ਦਿੱਲੀ ਕਮੇਟੀ ਦੇ, ਕਿਉਂਕਿ ਜਦੋਂ ਮੇਰੇ ਗਲਤੀ ਨਹੀਂ ਕੀਤਾ ਤਾਂ ਮੇਰੇ ਤੇ ਕਾਹਦਾ ਕਰਨਗੇ ਦਰਜ। ਜੱਜ ਨੇ ਵੀ ਲਿਖਤਾ ਵੀ ਮਨਜੀਤ ਨੂੰ ਆਬਜ਼ਰਵੇਸ਼ਨ ਉਹਦਾ ਕਰੋ। ਕੋਰਟ ਉਹਨਾਂ ਨੇ ਵੀ, ਪੁਲਿਸ ਨੇ ਵੀ ਕੀਤਾ ਮੁਕੱਦਮਾ ਦਰਜ ਅਗੇਂਸਟ ਦੀ ਗਵਰਨਿੰਗ ਬਾਡੀ ਆਫ DIGMC ਐਂਡ ਅਦਰਸ। ਗਵਰਨਿੰਗ ਬਾਡੀ ਦੇ ਚੇਅਰਮੈਨ ਪ੍ਰਧਾਨ ਤੁਸੀਂ ਹੋ ਨਾ ਸਿਰਸਾ ਸਾਹਿਬ, ਜ਼ਿੰਮੇਵਾਰੀ ਦੇਖੋ। ਸਵਾਲ ਇਹ ਉਦੋਂ ਦੀ ਗਵਰਨਿੰਗ ਬਾਡੀ ਜਿਹਦੇ ਉਹਦੇ 'ਚ ਕੌਣ ਸੀਗਾ? ਉਹ 'ਚ ਮਨਜੀਤ ਸਿੰਘ ਜੀ ਕੇ ਪ੍ਰੈਜ਼ੀਡੈਂਟ, ਸਰਦਾਰ ਰਵਿੰਦਰ ਸਿੰਘ ਖੁਰਾਣਾ ਵਾਈਸ ਪ੍ਰੈਜ਼ੀਡੈਂਟ, ਸਰਦਾਰ ਤਰਵੰਤ ਸਿੰਘ ਸੁਰਿੰਦਰ ਖੁਰਾਣਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਤਰਵੰਤ ਸਿੰਘ ਵਾਈਸ ਪ੍ਰੈਜ਼ੀਡੈਂਟ, ਮੈਂ ਜਨਰਲ ਸੈਕਟਰੀ, ਹਰਮੀਤ ਸਿੰਘ ਕਾਲਕਾ ਜੀ ਜੁਆਇੰਟ ਸੈਕਟਰੀ। ਜਨਰਲ ਸੈਕਟਰੀ ਸੀ ਨਾ ਸਰ, ਤੇ ਜੇ ਜਨਰਲ ਸੈਕਟਰੀ ਮਨਜਿੰਦਰ ਸਿੰਘ ਸਿਰਸਾ ਸੀ ਤੇ ਮਨਜਿੰਦਰ ਸਿੰਘ ਸਿਰਸਾ ਦੀ ਜ਼ਿੰਮੇਵਾਰੀ ਬਣਦੀ। ਤੇ ਮੈਂ ਤਾਂ ਕਹਿ ਹੀ ਨਹੀਂ ਬਣਦੀ, ਅਸੀਂ ਖੜੇ ਹਾਂ ਨਾ, ਤਾਂ ਹੀ ਤਾਂ ਕਹਿ ਰਹੇ, ਕੋਈ ਗਲਤ ਨਹੀਂ ਹੋਇਆ। ਦੇਖੋ ਮਨਜੀਤ ਜੀ ਕੇ ਤੇ ਅਸੀਂ ਤੁਹਾਡੇ ਕੋਲ 1 ਮਿੰਟ TV 'ਤੇ ਆ ਕੇ ਬਹਿ ਗਏ, ਜਦੋਂ ਚੋਰੀਆਂ ਮਨਜੀਤ ਦੇ ਕੀ ਕਹਿੰਦਾ ਸੀ, ਭੱਜਦਾ ਸੀ, ਕਹਿੰਦਾ ਮੇਰੇ ਕੋਰਟ 'ਚ ਕੇਸ ਆ ਜੀ, ਮੈਂ ਨਹੀਂ ਕੁਝ ਬੋਲਣਾ। ਬਸ ਅਸੀਂ ਕਹਿੰਦੇ ਨਾ, ਅਸੀਂ ਖੁਦ ਕਿਹਾ, ਮੈਂ ਕੱਲ੍ਹ ਮੈਂ ਕਿਹਾ ਅਸੀਂ ਕਿਸੇ ਕੋਰਟ ਕਚਹਿਰੀ 'ਚ ਨਹੀਂ ਜਾਣਾ ਇਹਦੇ ਖਿਲਾਫ, ਤੁਸੀਂ ਇਨਵੈਸਟੀਗੇਟ ਕਰੋ। ਅਸੀਂ ਬਿਲਕੁਲ, ਕਿਉਂਕਿ ਅਸੀਂ ਅਬਸਟਰਕਸ਼ਨ ਨਹੀਂ ਬਣਨਾ। ਜਦੋਂ ਅਸੀਂ ਗਲਤ ਨਹੀਂ, ਅਸੀਂ ਕੋਰਟਾਂ ਜਾਈਏ, ਹਾਈ ਕੋਰਟ ਜਾ ਕੇ ਰੁਕਵਾਈਏ, ਇਹਦਾ ਮਤਲਬ ਆ ਤੁਸੀਂ ਚੋਰ ਜੇ, ਤੁਹਾਡੇ ਮਨ 'ਚ ਕਾਲਾ ਹੈ, ਇਸ ਕਰਕੇ ਤੁਸੀਂ ਨੂੰ ਰੋਕਣਾ ਚਾਹੁੰਦੇ ਜੀ। ਨਹੀਂ, ਅਸੀਂ ਕਿਹਾ ਬਿਲਕੁਲ ਕਰੋ, ਵੀ ਵੈਲਕਮ ਦਿਸ ਮੂਵ, ਔਰ ਅੱਛੀ ਗੱਲ ਆ ਲੋਕਾਂ ਸਾਹਮਣੇ। ਔਰ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਕਹਿਣਾ ਹੈ, ਇਸ ਤੋਂ ਕੋਈ ਟਰਾਂਸਪੇਰੈਂਟ ਹੋ ਸਕਦਾ। ਆਪ ਆਓ, TV ਚੈਨਲ ਨਾਲ ਲਿਆਓ, ਸੋਸ਼ਲ ਮੀਡੀਆ ਨਾਲ ਲਿਆਓ, ਜਿਹਦਾ ਜੀ ਕਰਦਾ ਹੈ, ਭਾਵੇਂ ਸਾਡੇ ਵਿਰੋਧੀ ਵੀ ਆਉਣ, ਆ ਕੇ ਸਾਨੂੰ ਸਾਡੇ ਕਾਗਜ਼ ਵੇਖ ਕੇ ਜਨਤਕ ਤੌਰ ਤੇ ਦੱਸਣ, ਪਬਲਿਕ 'ਚ ਬੈਠ ਕੇ ਕਿ ਆਹ ਵੇਖੋ ਜੀ ਆਹ ਵਾਲਾ ਕੰਮ ਗਲਤ ਹੈ, ਇੱਕ ਵੀ ਦੱਸ ਦੇਣ। ਬਿਲਕੁਲ। ਮਨਜਿੰਦਰ ਸਿੰਘ ਸਿਰਸਾ ਕੋ ਹੋਰ ਸਵਾਲ ਐਵੇਂ ਜਾਰੀ ਰਹਿਣਗੇ। ਫਿਲਹਾਲ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫੌਰਨ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਨੇ। ਸਿਰਸਾ ਸਾਹਿਬ, ਤੁਸੀਂ ਜਿੰਨੀਆਂ ਗੱਲਾਂ ਕਹਿੰਦੇ ਹੋ ਮੈਂ ਸਾਰੀਆਂ ਮੰਨਣਾ। ਤੁਸੀਂ ਕਹਿ ਰਹੇ ਹੋ ਕਿ ਮੈਂ ਨਹੀਂ ਗਲਤ ਹੋਣ ਦਿੱਤਾ, ਮੈਂ ਗਲਤ ਵੀ ਨਹੀਂ ਹੋਣ ਦਿਆਂਗਾ, ਅਸੀਂ ਬੈਠੇ ਹਾਂ, ਲੇਕਿਨ ਤੁਸੀਂ ਉਸ ਪਾਰਟ ਦਾ ਹਿੱਸਾ ਹੋ, ਤੁਸੀਂ ਉਸ ਤੋਂ ਬਚ ਨਹੀਂ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮਨਜਿੰਦਰ ਸਿੰਘ ਸਿਰਸਾ ਮਨਜੀਤ ਸਿੰਘ ਜੀਕੇ ਦੇ ਨਾਲ ਨਹੀਂ ਸੀ। ਕੀ ਇਹ ਮੰਨਿਆ ਜਾਏ ਕਿ ਉਸ ਦੌਰਾਨ ਜਨਰਲ ਸੈਕਟਰੀ ਦੀ ਕੋਈ ਬੁੱਕਤ ਨਹੀਂ ਸੀ, ਜਨਰਲ ਸੈਕਟਰੀ ਨੂੰ ਕੋਈ ਪੁੱਛਦਾ ਨਹੀਂ ਸੀ?
ਮੈਨੂੰ ਇਹ ਕਿਉਂਕਿ ਇਹ ਸਵਾਲ ਸੰਗਤ ਦੇ ਜ਼ਿਹਨ 'ਚ ਵੀ ਹੈਗਾ ਹੈ ਕਿ ਮਨਜਿੰਦਰ ਸਿੰਘ ਸਿਰਸਾ, ਮਨਜੀਤ ਸਿੰਘ ਜੀਕੇ ਇੱਕ ਜੋੜੀ ਕਹੇ ਜਾਂਦੇ ਸਨ ਕਿ ਅਸੀਂ ਇਕੱਠੇ ਹੋ ਕੇ ਤੁਰਦੇ ਹਾਂ, ਅਸੀਂ ਇਕੱਠੇ ਹੋ ਕੇ ਸੰਗਤ ਦੀ ਸੇਵਾ ਕਰਦੇ ਹਾਂ। ਉਹਨਾਂ ਹਾਲਾਤਾਂ ਦੇ ਵਿੱਚ ਮਨਜੀਤ ਸਿੰਘ ਜੀਕੇ ਨੂੰ ਤਾਂ ਤੁਸੀਂ ਕਹਿ ਦਿੱਤਾ ਕਿ ਉਹਦੇ ਤੇ ਇੰਨੇ ਸਾਰੇ ਆਰੋਪ ਨੇ, ਫਿਰ ਮਨਜਿੰਦਰ ਸਿੰਘ ਸਿਰਸਾ ਖੁਦ ਕਿਵੇਂ ਪਾਕ ਸਾਫ਼ ਹੋ ਸਕਦੇ ਨੇ? ਮੈਂ ਹੁਣ ਮੈਂ ਆਪਣੀ ਗੱਲ ਦੱਸਾਂ। ਦੇਖੋ, ਜਿਹੜਾ ਤੁਸੀਂ ਸਵਾਲ ਕੀਤਾ, ਮੈਂ ਤੁਹਾਨੂੰ ਪਹਿਲੇ ਸਵਾਲ ਦਾ ਇਹ ਜਵਾਬ ਦਿੱਤਾ ਕਿ ਮੇਰੀ ਜ਼ਿੰਮੇਵਾਰੀ ਆ, ਜਿੱਥੇ ਮੈਂ ਸਾਈਨ ਕਰਦਾ ਪਿਆ ਮੈਂ ਜ਼ਿੰਮੇਵਾਰ ਹਾਂ। ਮੈਂ ਨਹੀਂ ਕਹੂੰਗਾ ਮਨਜੀਤ ਗਲਤ ਸੀ, ਉਹ ਗਲਤ ਸੀ, ਤੂੰ ਕਿਉਂ ਸਾਈਨ ਕੀਤੇ। ਹੁਣ ਜਿਹੜੇ ਕੇਸਾਂ ਤੇ ਮਨਜੀਤ ਤੇ ਦਰਜ ਹੋ ਰਹੇ ਮੁਕੱਦਮੇ, ਉਹ ਕਿਹੜੇ ਕੇਸ ਨੇ? ਉਹ ਸਾਰੇ ਉਹ ਕੇਸ ਨੇ, ਬੜੇ ਧਿਆਨ ਨਾਲ ਸੁਣਨ ਦੀ ਗੱਲ ਹੈ ਜੀ, ਉਹ ਸਾਰੇ ਉਹ ਕੇਸ ਨੇ ਜਿਨ੍ਹਾਂ ਕੇਸਾਂ ਦੇ ਅੰਦਰ ਮਨਜਿੰਦਰ ਸਿੰਘ ਸਿਰਸਾ ਜਦੋਂ ਦਿੱਲੀ ਤੋਂ ਜਾਂ ਦੇਸ਼ ਤੋਂ ਬਾਹਰ ਹੁੰਦਾ ਸੀਗਾ, ਮੇਰੀ ਪਾਵਰ ਮੇਰੇ ਤੋਂ ਸਬੋਰਡੀਨੇਟ ਕੋਲ ਹੁੰਦੀ ਸੀ, ਮੇਰੇ ਜੁਆਇੰਟ ਸੈਕਟਰੀ ਕੋਲ ਹੁੰਦੀ ਸੀ, ਜਦੋਂ ਮੇਰੇ ਕੋਲੀਗ ਕੋਲ ਕਹੂੰਗਾ ਸਬੋਰਡੀਨੇਟ ਗਲਤ ਹੋ ਜਾਊਗਾ, ਉਹਦੇ ਵੇਲੇ ਸਾਈਨ ਕਰਾ ਕੇ ਪੈਸੇ ਕਢਾਏ ਗਏ ਨੇ। ਮੇਰੇ ਬੈਠਿਆਂ ਸਿੰਗਲ ਸਾਈਨ ਤੇ ਗਲਤ ਕੰਮ ਨਹੀਂ ਹੋਇਆ, ਤਾਂ ਹੀ ਜਿੰਨੇ ਮੁਕੱਦਮੇ ਦਰਜ ਹੋ ਰਹੇ, ਮਨਜੀਤ ਕੱਲੇ ਤੋਂ ਕਿਉਂ ਦਰਜ ਹੋ ਰਹੇ ਨੇ? ਮੇਰਾ ਨਾਮ ਕਿਉਂ ਨਹੀਂ ਆ ਰਿਹਾ ਉਹਦੇ ਅੰਦਰ? ਕਿਉਂਕਿ ਮੈਂ ਕਦੀ ਵੀ ਜਿਹੜਾ ਵੀ ਸਾਈਨ ਮੈਂ ਕਰੂੰਗਾ, ਮੈਂ ਉਹਦੀ ਜ਼ਿੰਮੇਵਾਰੀ ਅੱਜ ਵੀ ਲੈ ਰਿਹਾ। ਮੈਂ ਕਦੀ ਇਹ ਨਹੀਂ ਕਹੂੰਗਾ, ਮਨਜੀਤ ਇਹ ਗੱਲ ਨਹੀਂ ਕਹਿ ਸਕਦਾ ਬੈਠ ਕੇ, ਮੈਂ ਕਹਿ ਸਕਦਾ ਕਿ ਮੇਰੀ ਜ਼ਿੰਮੇਵਾਰੀ ਆ, ਮੇਰੇ ਬੈਠਿਆਂ ਵੀ ਮਨਜੀਤ ਗਲਤ ਕੰਮ ਨਹੀਂ ਕਰ ਸਕਦਾ। ਜੇ ਇਸ ਕਾਗਜ਼ ਤੇ ਵੀ ਮੇਰੇ ਸਾਈਨ ਨੇ, ਇਹਦਾ ਮਤਲਬ ਮੈਂ ਜ਼ਿੰਮੇਵਾਰ ਹਾਂ ਉਸ ਚੀਜ਼ ਨੂੰ ਦੇਖਣਾ, ਮੇਰੇ ਅੱਖਾਂ ਖੋਲ ਕੇ ਮੇਰਾ ਫਰਜ਼ ਸੀ ਦੇਖਣਾ, ਮੈਂ ਦੇਖਿਆ। ਤੇ ਜਿਹੜੇ ਗਵਰਨਿੰਗ ਜਿਹੜੀ ਤੁਹਾਡੀ ਬਾਡੀ ਹੈ ਜਿੱਤੇ ਮੁਕੱਦਮਾ ਦਰਜ ਹੋਇਆ, ਕਿ ਉਸ ਤੇ ਲੱਗਦਾ ਨਹੀਂ ਕੋਈ ਨੈਤਿਕਤਾ ਬਣਦੀ ਹੈ ਤੁਹਾਡੀ ਵੀ? ਨਹੀਂ, ਮੇਰੀ ਪੂਰੀ ਨੈਤਿਕ। ਮੈਂ ਤਾਂ ਆਪਣੇ ਸਾਰੇ ਮੈਂਬਰਾਂ ਨੂੰ ਪਹਿਲੇ ਦਿਨ ਹੀ ਬੁਲਾਇਆ, ਮੈਂ ਸਭ ਨੂੰ ਕਿਹਾ ਕਿ ਦੇਖੋ, ਮੈਂ ਨਹੀਂ ਚਾਹੁੰਦਾ ਕਿ ਮੇਰੇ ਤੇ ਤੁਹਾਡੇ ਤੇ ਕੋਈ ਪ੍ਰੋਬਲਮ ਮੇਰੇ ਕਰਕੇ ਆਵੇ, ਕਿਉਂਕਿ ਦੇਖੋ ਮਨਜੀਤ ਜੀ ਨੇ ਰਿਜ਼ਾਈਨ ਦੇਣ ਤੋਂ ਮਨਾ ਕੀਤਾ, ਫਿਰ ਪਾਰਟੀ ਨੇ ਬੁਲਾਇਆ, ਸਾਰੇ ਮੈਂਬਰਾਂ ਲਿਖਤ 'ਚ ਲਿਖ ਕੇ ਦਿੱਤਾ, ਸਾਰੇ ਮੈਂਬਰਾਂ ਰਿਟਨ 'ਚ ਲਿਖ ਕੇ ਦਿੱਤਾ ਹਟਾਓ। ਕੋਈ ਅਸੀਂ ਹਟਾਉਣਾ ਥੋੜ੍ਹਾ ਚਾਹੁੰਦੇ ਸੀ ਉਹਨੂੰ। ਕੋਰਟ ਨੇ ਮੁਕੱਦਮਾ ਦਰਜ ਕਰਤਾ, ਅਸੀਂ ਫਿਰ ਖਾਕਬੇਜ ਸ਼ੁਰੂ ਕੀਤੀ। ਜਦੋਂ ਖਾਕਬੇਜ ਸ਼ੁਰੂ ਕੀਤੀ, ਛਾਨਬੀਨ 'ਚ ਇੰਨਾ ਕੁਛ ਅਮਾਊਂਟ ਨਿਕਲ ਆਇਆ, ਇੰਨੀਆਂ ਗੱਲਾਂ ਨਿਕਲ ਆਈਆਂ, ਫਿਰ ਮਨਜੀਤ ਨੂੰ ਬਿਠਾਇਆ ਗਿਆ, ਸਾਰਿਆਂ ਦੇ ਵਿੱਚ ਬਿਠਾਇਆ ਗਿਆ। ਉਹਦੇ ਅੰਦਰ ਬੜੇ ਇੰਪੋਰਟੈਂਟ ਸਾਡੇ ਸਾਰੇ ਦਿੱਲੀ ਦੇ ਲੀਡਰ ਸਾਹਿਬਾਨ ਬੈਠੇ ਸੀ, ਤੁਸੀਂ ਕਿਸੇ ਨੂੰ ਨਾਲ ਬਿਠਾ ਕੇ ਇੰਟਰਵਿਊ ਤੇ ਪੁੱਛੋ। ਉਹ 'ਚ ਜਦੋਂ ਸਾਰੀਆਂ ਗੱਲਾਂ ਸਾਹਮਣੇ ਤੇ ਰੱਖੀਆਂ ਗਈਆਂ, ਉਹਦੇ ਕੋਲ ਕੋਈ ਜਵਾਬ ਨਹੀਂ ਸੀ ਕਰੋੜਾਂ ਰੁਪਏ ਦਾ। ਉਦੋਂ ਬਾਅਦ ਪਾਰਟੀ ਨੇ ਫੈਸਲਾ ਕੀਤਾ, ਔਰ ਉਹ ਕਿੱਦਣ ਕੀਤਾ? ਜਿੱਦਣ ਕੋਰਟ ਨੇ ਲਿਖ ਕੇ ਕਹਿ ਦਿੱਤਾ ਕਿ ਇਹ ਇੰਨੇ ਸੀਰੀਅਸ offense ਨੇ, ਇਹ ਲੋਕਾਂ ਦਾ ਵਿਸ਼ਵਾਸ ਉੱਠ ਗਿਆ, ਇਸ ਬੰਦੇ ਨੂੰ ਜੇਲ੍ਹ 'ਚ ਭੇਜਣਾ ਚਾਹੀਦਾ। ਇਸ ਨੌਬਤ ਜਦੋਂ ਆ ਗਈ, ਉਦੋਂ ਕਿਹਾ ਵੀ ਹੁਣ ਤੈਨੂੰ ਹਟਣਾ ਪਊ। ਲੇਕਿਨ ਮਨਜੀਤ ਸਿੰਘ ਜੀ ਕੇ ਲਗਾਤਾਰ ਇੱਕ ਗੱਲ ਕਹਿੰਦੇ ਰਹੇ ਕਿ ਜਿੰਨਾ ਚਿਰ ਮੇਰੇ ਤੇ ਕਰਪਸ਼ਨ ਦੇ ਚਾਰजेस ਰਹਿਣਗੇ, ਮੈਂ ਪ੍ਰਧਾਨ ਦੀ ਕੁਰਸੀ ਤੇ ਨਹੀਂ ਆਵਾਂਗਾ, ਮੈਂ ਅਹੁਦਾ ਵੀ ਨਹੀਂ ਲਵਾਂਗਾ। ਦੇਖੋ, ਉਹਨਾਂ ਦਾ ਤੇ ਇੱਕ ਪਰਪਸ ਆ, ਕਿਉਂਕਿ ਉਹ ਜਦੋਂ ਬੰਦਾ ਚੋਰ ਕੀ ਦਾੜੀ ਮੈਂ ਤਨਕੇ ਨੂੰ ਫਸਿਆ ਪਿਆ ਹੁੰਦਾ, ਉਹ ਕੀ ਕਰੇ? ਪਹਿਲਾਂ ਉਹ ਕਹਿੰਦਾ ਸੀ ਮੈਂ ਕਦੀ ਕੋਈ ਇਲੈਕਸ਼ਨ ਨਹੀਂ ਲੜੂੰਗਾ, ਪਹਿਲਾਂ ਕਹਿੰਦਾ ਸੀ ਮੈਂ ਕਦੀ ਪਹਿਲੀ ਗੱਲ ਤੇ ਆ, ਤੁਸੀਂ ਇੱਥੇ ਸਾਰੇ ਅੰਦਰ ਸੀ, ਇਸ ਹਾਲ ਅੰਦਰ ਉੱਤੋਂ ਰਿਜ਼ਾਈਨ ਲਿਆ ਗਿਆ ਸੀਗਾ, ਜਦੋਂ ਕਿ ਰਿਜ਼ਾਈਨ ਨਹੀਂ ਦਿੰਦਾ ਪਿਆ ਸੀਗਾ। 10 ਮੀਟਿੰਗਾਂ ਰਿਜ਼ਾਈਨ ਵਾਸਤੇ ਹੋਈਆਂ ਵੀ ਪਾਰਟੀ ਦੀ ਕਿਰਕਰੀ ਹੁੰਦੀ ਪਈ ਆ, ਬਹੁਤ ਇੰਪੋਰਟੈਂਟ ਲੋਕ ਬੈਠੇ ਦਿੱਲੀ ਦੇ, ਔਰ ਖਾਲੀ ਸਾਡੇ ਪੋਲੀਟੀਕਲ ਸਰਕਲ ਦੇ ਨਹੀਂ, ਪੋਲੀਟੀਕਲ ਸਰਕਲ ਤੋਂ ਬਾਹਰ ਵੀ ਸਿੱਖ ਬੈਠੇ, ਔਰ ਉਹਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਬਦਨਾਮੀ ਬੜੀ ਹੁੰਦੀ ਪਈ ਆ, ਤੇਰੇ 4 ਚੋਰੀਆਂ ਸਾਹਮਣੇ ਆ ਗਈਆਂ ਨੇ। ਉਹਦੇ ਬਾਵਜੂਦ ਨਹੀਂ ਜਦੋਂ ਮੰਨਿਆ, ਫਿਰ ਇੱਥੇ ਰਿਜ਼ਾਈਨ ਵਾਸਤੇ ਬੁਲਾਇਆ ਗਿਆ, ਫਿਰ ਨਹੀਂ ਮੰਨਿਆ, ਫਿਰ ਰਾਜ ਸੁਖਬੀਰ ਜੀ ਨੇ ਮੈਸੇਜ ਭੇਜਿਆ ਜਾਂ ਤੈਨੂੰ ਕੋਈ ਰਿਜ਼ਾਈਨ ਦੇ ਦੇ, ਨਹੀਂ ਤਾਂ ਮੈਂ ਸਵੇਰੇ ਹੁਣ ਬਾਹਰ ਕੱਢਣਾ। ਤੇ ਉਹ ਉਹਦੋਂ ਬਾਅਦ ਕਹਿੰਦਾ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ। ਹੁਣ ਕਹਿੰਦਾ ਮੇਰੇ ਤੇ ਮੈਂ ਗਲਤ ਕੀਤਾ ਹੀ ਕੁਛ ਨਹੀਂ। ਇੱਕੋ ਦਿਨ ਦੇ ਅੰਦਰ ਲੱਖਾਂ ਕਿਤਾਬਾਂ ਛਪ ਗਈਆਂ, ਉਹਦੀ ਪੇਮੈਂਟ ਵੀ ਹੋ ਗਈ। ਅੱਜ ਤੇ ਦੇਖੋ, ਅੱਜ ਆਈ ਸਾਹਿਬ ਨੇ ਲਿਖਿਆ, ਮੈਂ ਕਹਿ ਰਿਹਾ ਇਹ ਸਾਡੇ ਵਾਸਤੇ, ਮੈਂ ਕਦੀ ਟੀਵੀਆਂ ਤੇ ਜਾ ਕੇ ਕਰਪਸ਼ਨ ਦੀ ਗੱਲ ਨਹੀਂ ਕੀਤੀ। ਕਿਉਂਕਿ ਆਖਰਕਾਰ ਬਦਨਾਮੀ ਤਾਂ ਸਾਡੀ ਆ ਨਾ, ਬਦਨਾਮੀ ਤਾਂ ਸਾਡੀ ਆ। ਖਾਲੀ ਮਨਜੀਤ ਜੀ ਕੇ ਨੂੰ ਇਹ ਕਹਿ ਦੇਣ ਨਾਲ ਕਿ ਮਨਜੀਤ ਜੀ ਕੇ ਚੋਰੀਆਂ ਕੀਤੀਆਂ ਨੇ, ਆਖਰ ਬਦਨਾਮ ਤਾਂ ਸਿੱਖ ਹੀ ਹੋ ਰਿਹਾ। ਅੱਜ ਦੇਖੋ ਜੱਜ ਸਾਹਿਬ ਨੇ ਆਰਡਰ ਕੀਤਾ, ਕੀ ਆਰਡਰ ਕਰਕੇ ਦੇਖੋ, ਇੰਨਾ ਕੁਛ ਅਗਰ ਜੱਜ ਲਿਖੇ, ਅਰੈਸਟ ਤੱਕ ਕਰਨ ਤੱਕ ਦਾ ਕਹਿ ਦਿੱਤਾ। ਅੱਜ ਨਵੀਂ ਇੱਕ FIR ਲੌਜ ਹੋਈ ਆ, ਜਿਹਦੇ ਤਹਿਤ ਇਹ ਕਿਹਾ ਗਿਆ ਦੀ ਪਰਮ ਜੀਵਨ ਜੋਤ, ਉਹਦਾ ਜਿਹੜਾ ਦੋਸਤ ਔਰ ਉਹਦਾ PA ਆ ਮਨਜੀਤ ਸਿੰਘ ਜੀ ਕੇ, ਥਰੂ ਹਿਸ PA ਪਰਮ ਜੀਵਨ ਸਿੰਘ, ਵਿਦਾਊਟ ਐਨੀ ਅਪਰੂਵਲ ਆਫ ਐਗਜ਼ੈਕਟਿਵ ਕਮੇਟੀ ਹੈਜ਼ ਇਲੀਗਲੀ ਵਿਡਰੋਨ 30 ਲੱਖ ਰੁਪਏ ਔਨ 30/6/2018, ਫਿਰ ਅਗੇਨ 50 ਲੱਖ ਐਂਡ ਦੈਨ 30 ਲੱਖ ਔਨ 7/11/2018। ਹੀ ਅਲੈਜ ਦੈਟ Paramjeevanjot Singh misused foreign currency worth $6500 US, $2150 US, 6500 1000 यूरो, 2600 ਮਲੇਸ਼ੀਅਨ ਡਾਲਰ, ਰਿੰਗਟ, 1,80,000 ਰੁਪਏ ਕੈਸ਼, 13,65,000। ਕਿੰਨੀ ਲੰਬੀ ਚੌੜੀ ਲਾਈਨ। ਔਰ ਜੱਜ ਸਾਹਿਬ ਨੂੰ ਇਹ ਵੀ ਲਿਖਣਾ ਪਿਆ ਕਿ ਦੇਖੋ ਕਿੱਥੋਂ ਤੱਕ ਲਿਖਿਆ, I am satisfied that the investigation is required in the present case by the police authority and the alleged documents are to be recovered. Documents are to be recovered from concerned person authority. Money trail is to be established and alleged simford of money is to be recovered. पैसा भी recover करना है, which may involve exam various person search various places search ਕੀਤੀ ਜਾਊਗੀ and if required custodial interrogation ਵੀ suspects ਦੀ ਕੀਤੀ ਜਾਵੇ। ਇੱਥੋਂ ਤਾਈਂ ਜੱਜ ਸਾਹਿਬ ਨੂੰ ਕਹਿਣਾ ਪਵੇ ਦਿੱਲੀ ਕਮੇਟੀ ਦੇ ਫਾਰਮਰ ਪ੍ਰੈਜ਼ੀਡੈਂਟ ਵਾਸਤੇ। ਤੁਸੀਂ ਸਮਝ ਸਕਦੇ ਜੇ ਅੱਜ ਅਸੀਂ ਵੀ ਤਾਂ ਪ੍ਰੈਜ਼ੀਡੈਂਟ ਬੈਠੇ ਹਾਂ, ਗੁਰੂ ਘਰ ਹੈ, ਗੁਰੂ ਦੀ ਗੋਲ ਹੈ ਕਿ ਆਖਰ ਇੱਥੇ ਗਲਤ ਕਿਉਂ ਹੋਵੇ। ਔਰ ਦੂਜੀ ਗੱਲ ਹੋਵੇ ਔਰ ਫਿਰ ਲੋਕ ਸਵਾਲ ਪੁੱਛਣ, ਤੁਸੀਂ ਜਵਾਬ ਕਿਉਂ ਨਾ ਦਿਓ। ਮੈਂ ਅੱਜ ਤੁਹਾਡੇ TV ਚੈਨਲ ਤੇ ਫਿਰ ਪੁੱਛਦਾ, ਮਨਜੀਤ ਸਿੰਘ ਜੀ ਕੇ ਦੱਸਣੇ 50 ਲੱਖ ਤੇ 30 ਲੱਖ ਉਹਨਾਂ ਨੇ ਕਿਹਨੂੰ ਦਿੱਤਾ ਹੈ।
ਇਸ ਦੌਰਾਨ ਤੁਸੀਂ ਜਨਰਲ ਸੈਕਟਰੀ ਸੀ? ਮੈਂ ਬਿਲਕੁਲ ਜਨਰਲ ਸੈਕਟਰੀ ਸੀ। ਤੁਹਾਡੀ ਨੌਲੇਜ 'ਚ ਨਹੀਂ ਹੈਗਾ? ਹੈ ਨਹੀਂ ਜੇ ਮੇਰੇ ਸਾਈਨ ਤੇ ਮੈਂ ਜ਼ਿੰਮੇਵਾਰ ਹਾਂ। ਇਹੀ ਤੇ ਮੈਂ ਤੁਹਾਨੂੰ ਕਹਿ ਰਿਹਾ ਹਾਂ, ਇਹ ਫਰਕ ਆ। ਸਰਨਾ ਕਹਿੰਦਾ ਸੀ ਮਨਜੀਤ ਚੋਰ ਆ, ਮਨਜੀਤ ਕਹਿੰਦਾ ਸੀ ਸਰਨਾ ਚੋਰ ਆ। ਮੈਨੂੰ ਇਹ ਵਰਡ ਨਹੀਂ ਕਹਿਣੇ ਚਾਹੀਦੇ, ਗਲਤ ਆ, ਮੈਂ ਮਾਫੀ ਮੰਗਦਾ। ਪਰ ਦੋਵੇਂ ਇੱਕ ਦੂਜੇ ਨੂੰ ਕਹਿੰਦੇ ਸੀ। ਅੱਜ ਦੋਵੇਂ ਜੱਫੀਆਂ ਪਾਉਂਦੇ ਨੇ। ਅੱਜ ਜੇ ਮੁਕੱਦਮਾ ਦਰਜ ਹੋਇਆ ਸਰਦਾਰ ਮਨਜੀਤ ਸਿੰਘ ਜੀ ਅੱਜ, ਪਰ ਮਨਜੀਤ ਸਰਨਾ ਨਹੀਂ ਬੋਲਣਗੇ, ਕਿਉਂਕਿ ਉਹਨਾਂ ਦਾ ਪਰਪਸ ਕੀ ਹੈ? ਉਹਨਾਂ ਦਾ ਪਰਪਸ ਕਿਸੇ ਤਰੀਕੇ ਇਹ ਸੱਤਾ ਤੇ ਕਾਮਯਾਬ ਹੋਣਾ ਹੈ। ਗੁਰਦੁਆਰਾ ਨੂੰ ਸਿੱਖੀ ਦਾ ਕੋਈ ਮਤਲਬ ਨਹੀਂ, ਨਾ ਸਿੱਖ ਨਾਲ, ਨਾ ਪੰਥ ਨਾਲ, ਨਾ ਉਹਨਾਂ ਦਾ ਤਾਂ ਇੱਕੋ ਮਕਸਦ ਆ ਵੀ ਅਸੀਂ ਭਾਵੇਂ ਲੁੱਟਣ ਵਾਲਾ ਆਵੇ, ਭਾਵੇਂ ਚੋਰ ਇਕੱਠੇ ਹੋਈਏ, ਜਿਸ ਤਰ੍ਹਾਂ ਮਰਜ਼ੀ ਇਕੱਠੇ ਹੋਈਏ, ਪਰ ਅਸੀਂ ਜਾ ਕੇ ਕਬਜ਼ੇ ਕਰੀਏ, ਉੱਥੇ ਜਾ ਕੇ ਬੈਠੀਏ। ਬਿਲਕੁਲ। ਮਨਜਿੰਦਰ ਸਿੰਘ ਸਿਰਸਾ ਕੋ ਹੋਰ ਸਵਾਲ ਐਵੇਂ ਜਾਰੀ ਰਹਿਣਗੇ। ਫਿਲਹਾਲ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫੌਰਨ ਹਾਜ਼ਰ ਹੋਣੇ ਆ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਨੇ। ਉਹਨਾਂ ਕੋਲ ਸਵਾਲ ਇਹ ਪੁੱਛ ਰਹੇ ਹਾਂ, ਦਿੱਲੀ ਕਮੇਟੀ ਲਗਾਤਾਰ ਚਰਚਾ 'ਚ ਰਹੀ ਲਾਕਡਾਊਨ ਨੂੰ ਲੈ ਕੇ, ਕਿ ਲਾਕਡਾਊਨ 'ਚ ਬੜੀ ਸੇਵਾ ਕੀਤੀ, ਲਾਕਡਾਊਨ 'ਚ ਅਸੀਂ ਬੜੇ ਕੰਮ ਕੀਤੇ। ਉਸ ਦੌਰਾਨ ਵੀ ਇਹ ਕਿਹਾ ਗਿਆ ਕਿ ਦਿੱਲੀ ਕਮੇਟੀ ਨੇ ਮਾਇਆ ਬੜੀ ਇਕੱਠੀ ਕੀਤੀ ਹੈ। ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਇਹ ਗੁਰਦੁਆਰਾ ਕਮੇਟੀ ਦੀਆਂ 3 ਗੱਲਾਂ ਮੈਂ ਤੁਹਾਡੀ ਜਾਣਕਾਰੀ 'ਚ ਦੇ ਰਿਹਾ। ਇੱਕ, ਮੈਨੂੰ 2 ਸਾਲ ਹੋ ਗਏ ਸੇਵਾ ਨਿਭਾਉਂਦੇ ਨੂੰ। 2 ਸਾਲਾਂ 'ਚ ਮੈਂ ਹੁਣ ਤੱਕ ਸਕੂਲਾਂ ਨੂੰ 30 ਕਰੋੜ ਰੁਪਏ ਤੋਂ ਜ਼ਿਆਦਾ ਦੇ ਚੁੱਕਿਆ। ਜਿਨ੍ਹਾਂ ਦੀ ਆਕਸੀਜਨ ਖਿੱਚੀ ਜਾਂਦੀ ਸੀ, ਸਕੂਲਾਂ 'ਚ ਪੈਸੇ ਕੱਢੇ ਜਾਂਦੇ ਸੀ, ਮੈਂ ਉਹਨਾਂ ਸਕੂਲਾਂ 'ਚ ਪੈਸੇ ਪੁਸ਼ ਕਰਕੇ ਉਹਨਾਂ ਨੂੰ ਆਕਸੀਜਨ ਦਿੱਤੀ ਆ। ਮੈਂ ਇੱਥੇ ਆ ਰਿਹਾ ਸੀ, ਤੁਹਾਡੇ ਕੋਲ ਇਹ ਸਵਾਲ ਹੈਗਾ ਮੇਰਾ। 30 ਕਰੋੜ ਰੁਪਇਆ, 30 ਕਰੋੜ ਰੁਪੀਸ ਇਨ 2 ਮੰਥਸ 2 ਈਅਰਸ। ਹੁਣ ਤੁਸੀਂ ਇਹ ਸਵਾਲ ਪੁੱਛੋ ਤੇ ਫਿਰ ਪੁਰਾਣੇ ਪ੍ਰਬੰਧਕਾਂ ਨੇ ਕਿੰਨੇ ਦਿੱਤੇ ਹੋਣਗੇ? ਜੇ 2 ਸਾਲਾਂ 'ਚ 30 ਕਰੋੜ ਦਿੱਤਾ ਜਾ ਸਕਦਾ ਹੈ, ਪੁਰਾਣੇ ਪ੍ਰਬੰਧਕਾਂ ਨੇ 50 ਸਾਲਾਂ 'ਚ ਮਿਲਾ ਕੇ ਵੀ ਅਗਰ 30 ਕਰੋੜ ਦਿੱਤਾ ਹੋਊਗਾ ਤੇ ਮੈਂ ਉਹਦਾ ਦੇਣ ਦਾ ਨਾ 50 ਸਾਲਾਂ 'ਚ ਵੀ। ਇੱਕ ਫਿਰ ਵੀ ਤੁਹਾਡੇ ਟੀਚਰ ਧਰਨੇ ਦੇ ਰਹੇ ਨੇ, ਫਿਰ ਵੀ ਟੀਚਰ ਡਿਮਾਂਡ ਕਰ ਰਹੇ ਨੇ ਸੈਲਰੀ ਦਿਓ। ਅਸੀਂ ਦੇ ਰਹੇ ਹਾਂ। ਗੁਰਦੁਆਰਾ ਕਮੇਟੀ ਜਿੱਦਣ ਦੀ ਦਾਸ ਨੇ ਟੇਕ ਓਵਰ ਕੀਤੀ ਆ, ਮੈਂ ਇਹ ਵੀ ਤੁਹਾਨੂੰ ਦੱਸਣਾ ਜ਼ਰੂਰੀ ਸਮਝਦਾ ਹਾਂ। ਜਿੱਦਣ ਮੈਂ ਟੇਕ ਓਵਰ ਕੀਤੀ ਸੀਗੀ, ਸਾਨੂੰ ਜਿੱਦਣ ਮਨਜੀਤ ਸਿੰਘ ਜੀ ਕੇ ਰਿਜ਼ਾਈਨ ਦੇ ਕੇ ਗਏ ਨੇ, ਇਹ ਹੈਗੀ ਆ ਗੱਲ ਨਵੰਬਰ 2018 'ਚ। ਜਦੋਂ ਉਹਨੂੰ ਹਟਾਇਆ ਜਾਂਦਾ ਤੁਰੰਤ ਉਸ ਤੋਂ ਬਾਅਦ ਕਮੇਟੀ, ਤੇ ਪਹਿਲੇ ਮੈਂ ਤਾਂ ਜਨਰਲ ਸਕੱਤਰ ਸੀਗਾ, ਹਰਮੀਤ ਸਿੰਘ ਕਾਲਕੇ ਨੂੰ ਇੱਕ ਵਾਰ ਕੰਮ ਦਿੱਤਾ ਜਾਂਦਾ। ਉਦਣ ਤੋਂ ਲੈ ਕੇ ਹੁਣ ਤੱਕ, ਉਦਣ ਤੱਕ ਜਿੱਦਣ ਅਸੀਂ ਟੇਕ ਓਵਰ, ਉਦਣ 4 ਮਹੀਨੇ ਦੀ ਟੀਚਰਾਂ ਦੀ ਤਨਖਾਹ ਬਾਕੀ ਸੀਗੀ, 4 ਮਹੀਨੇ ਦੀ। ਔਰ ਗੁਰਦੁਆਰਾ ਕਮੇਟੀ ਦੇ ਉੱਤੇ 40 ਕਰੋੜ 50 ਕਰੋੜ ਤੇ ਟੀਚਰਾਂ ਦਾ ਲਾਇਬਿਲਿਟੀ, ਔਰ 5-7 ਕਰੋੜ ਆਪਣੀ ਲਾਇਬਿਲਿਟੀ, ਔਰ ਤਨਖਾਹ ਦਿੱਤੀ ਨਹੀਂ ਸੀ ਅਜੇ ਤੱਕ। 29 ਨਵੰਬਰ ਆ ਚੁੱਕੀ ਸੀਗੀ। ਅੱਜ ਗੁਰਦੁਆਰਾ ਕਮੇਟੀ ਦੀ 1 ਤਰੀਕ ਨੂੰ ਤਨਖਾਹ ਜਾਂਦੀ ਹੈ। 30 ਕਰੋੜ ਟੀਚਰਾਂ ਨੂੰ ਦੇ ਚੁੱਕੇ ਹਾਂ। ਪੁਰਾਣੀ ਜਿੰਨੀ ਉਹਨਾਂ ਦੀ ਲਾਇਬਿਲਿਟੀ ਸਭ ਖਤਮ ਕਰ ਚੁੱਕੇ ਹਾਂ। 4-4 ਮਹੀਨੇ ਦੀਆਂ ਤਨਖਾਹਾਂ। ਕੋਵਿਡ ਦੇ ਦੌਰਾਨ ਵੀ ਜੋ ਕੋਰਟ ਨੇ ਕਿਹਾ ਕਿ ਤੁਹਾਡਾ ਜੋ ਦਿੱਲੀ ਸਰਕਾਰ ਨੇ ਤੈਅ ਕੀਤਾ ਕਿ ਤੁਸੀਂ ਸਿਰਫ ਲੈਣੀ ਆ ਟਿਊਸ਼ਨ ਫੀਸ, ਤੇ ਕੋਰਟ ਨੇ ਕਿਹਾ ਕਿ ਇਹਦੇ ਮੁਤਾਬਕ 60% ਸੈਲਰੀ ਟਿਚ ਅੰਡਰਟੇਕਿੰਗ ਦਿੱਤੀ ਅਸੀਂ ਹਰ ਖਾਤੇ 'ਚ ਪਹੁੰਚਾ ਦਿੰਦੇ ਹਾਂ ਹਰ ਮਹੀਨੇ। ਔਰ ਇਹ ਖਾਲੀ ਸਾਡੀ ਸੰਸਥਾ ਹੈ। 250 ਸਕੂਲਾਂ ਨੇ ਕੇਸ ਪਾਇਆ ਹੈ ਇੱਥੇ ਆਪਣੇ ਹਾਈ ਕੋਰਟ 'ਚ, ਜਿਹੜੇ 30% ਸੈਲਰੀ ਵੀ ਨਹੀਂ ਦੇ ਪਾ ਰਹੇ, ਕਿਉਂਕਿ ਸਾਡੇ ਬੱਚੇ ਵੀ ਸਿੱਖ ਨੇ। ਅਸੀਂ ਉਹਨਾਂ ਦੇ ਮਾਂ-ਬਾਪ ਦੇ ਗੱਲ 'ਤੇ ਅੰਗੂਠਾ ਰੱਖ ਕੇ ਪੈਸੇ ਨਹੀਂ ਲੈ ਸਕਦੇ। ਆਖਰ ਕੋਈ ਬੱਚੇ ਵੀ ਸਿੱਖ ਕਹਿੰਦੇ ਸਾਡੇ ਕੋਲ ਨਹੀਂ ਦੇਣ ਨੂੰ ਹੈਗੇ। ਸਾਡੀਆਂ ਟੀਚਰਾਂ ਵੀ ਸਾਡੀਆਂ ਆਪਣੀਆਂ ਨੇ, ਉਹ ਵੀ ਸਾਡੇ ਪਰਿਵਾਰ ਨੇ, ਉਹਨਾਂ ਦਾ ਵੀ ਘਰ ਚਲਾਉਣਾ ਬੜਾ ਜ਼ਰੂਰੀ ਹੈ। ਤੁਹਾਡੇ ਇੱਕ ਸਾਥੀ ਨੇ ਹਰਮਨਜੀਤ ਸਿੰਘ, ਉਹਨਾਂ ਦਾ ਇੱਕ ਮੈਂ ਬਿਆਨ ਕਿਤੇ ਸੁਣ ਰਿਹਾ ਸੀ ਕਿ ਸਿਰਸੇ ਨੂੰ ਨੈਤਿਕਤਾ ਦੇ ਅਧਿਕਾਰ ਤੇ ਆ ਕੇ ਅਸਤੀਫਾ ਦੇ ਦੇਣਾ ਚਾਹੀਦਾ, ਕਿਉਂਕਿ ਉਹਦੇ ਤੇ FIR ਦਰਜ ਹੋਈ ਹੈ। ਦੇਖੋ, ਮੈਂ ਤਾਂ ਪਹਿਲੀ ਗੱਲ ਦਿੱਤਾ ਸਰਦਾਰ ਹਰਮਨਜੀਤ ਸਿੰਘ ਜੀ ਨੇ ਕੀ ਕਿਹਾ ਹੈ, ਉਹ ਤਾਂ ਬੜੀ ਉਹਨਾਂ ਕਈ ਗੱਲਾਂ ਕਹਿ ਦਿੰਦੇ ਨੇ, ਮੈਂ ਉਹਨਾਂ ਦੀ ਸੀਰੀਅਸਲੀ ਕੀ ਲਵਾਂ। ਲੇਕਿਨ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਗੱਲ ਠੀਕ ਨੇ। ਮੈਂ ਆਪਣੀ ਪਹਿਲੇ ਸੈਕਿੰਡ ਦੇ ਅੰਦਰ ਹੀ ਆਪਣੇ ਸਾਰੇ ਮੈਂਬਰਾਂ ਨੂੰ ਬੁਲਾ ਕੇ ਤੇ ਪੁੱਛੋ ਮੀਟਿੰਗ 'ਚ ਮੈਨੂੰ ਕਿਹਾ ਨੈਤਿਕਤਾ ਦੇ ਆਧਾਰ ਤੇ ਪਹਿਲੀ ਗੱਲ ਮੈਂ ਦੁਬਾਰਾ ਕਹਾਂ, ਮਨਜੀਤ ਸਿੰਘ ਜੀ ਨੇ ਕਦੀ ਅਸਤੀਫਾ ਨਹੀਂ ਦਿੱਤਾ। ਮੈਂ ਤੁਹਾਨੂੰ ਫਿਰ ਜਾਣਕਾਰੀ ਕਰਦਾ, ਉਹਨੂੰ ਹਟਾਇਆ ਗਿਆ, ਸਭ ਨੂੰ ਪਤਾ। ਔਰ ਹਰਮਨਜੀਤ ਜੀ ਉਹਨਾਂ ਹਟਾਉਣ ਵਾਲਿਆਂ 'ਚੋਂ ਆ। ਉਹਨਾਂ ਨੂੰ ਹਟਾਉਣ ਵਾਲਿਆਂ 'ਚੋਂ, ਪਾਰਟੀ 'ਚੋਂ ਕੱਢਣ ਵਾਲੇ ਵੀ ਹਰਮਨਜੀਤ ਸਿੰਘ ਨੇ, ਇੰਨਾ ਹੀ ਕੱਢਿਆ ਸਾਈਨ ਕਰਕੇ। ਮੇਰੇ ਤੇ ਉੱਤੇ ਮੈਂ ਤਾਂ ਤੁਹਾਨੂੰ ਇਹੋ ਜਿਹੀ ਟਰਾਂਸਪੇਰੈਂਸੀ ਦਿੱਲੀ ਕਮੇਟੀ 'ਚ ਹੋ ਸਕਦੀ। ਅੱਜ ਵੀ ਅਸੀਂ ਕਹਿੰਦੇ ਹਾਂ ਕਿ ਸਾਡੇ ਵਿਰੋਧੀ ਵੀ TV ਚੈਨਲ ਨਾਲ ਲੈ ਕੇ ਆਉਣ, ਸੋਸ਼ਲ ਮੀਡੀਆ ਚੈਨਲ ਨਾਲ ਲੈ ਕੇ ਆਉਣ, ਸਾਨੂੰ ਆ ਕੇ ਇੱਕ ਗੱਲ ਤੇ ਪ੍ਰੂਵ ਕਰ ਦੇਣ ਵੀ ਆਹ ਤੇਰੀ ਗਲਤ ਆ, ਇੱਕ ਦੱਸਣ। ਅਸੀਂ ਤਾਂ ਬਿਲਕੁਲ ਸਾਡਾ ਰਾਈਟ ਹੀ ਨਹੀਂ ਹੈਗਾ। ਦੇਖੋ, ਜਿਹੜਾ ਗੁਰਦੁਆਰੇ ਪ੍ਰਬੰਧ ਅੰਦਰ ਅਗਰ ਕਿਸੇ ਤਰੀਕੇ ਦਾ ਕੋਈ ਗਲਤ ਕੰਮ ਹੋਇਆ ਹੈ ਤੇ ਤੁਹਾਨੂੰ ਉੱਥੇ ਰਹਿਣ ਦਾ ਪ੍ਰਬੰਧ ਹੱਕ ਹੀ। ਮਤਲਬ ਇਹ ਮੰਨਿਆ ਜਾਏ ਕਿ ਮਨਜਿੰਦਰ ਸਿੰਘ ਸਿਰਸਾ ਕਿਸੇ ਵੀ ਤਰੀਕੇ ਦੀ ਜੇਕਰ ਜਾਂਚ ਹੁੰਦੀ ਹੈ, ਆਡਿਟ ਹੁੰਦਾ ਹੈ, ਵਿਰੋਧੀ ਆ ਕੇ ਉਹ ਤਾਂ ਬੜੀ ਦੂਰ ਦੀ ਗੱਲ ਆ। ਆਡਿਟ ਜਾਂਚ ਤੇ ਬੜਾ ਟਾਈਮ ਲੱਗਦਾ ਹੈ। ਮੈਂ ਤਾਂ ਕਹਿ ਰਿਹਾ ਕਿ ਕੱਲ ਹੀ ਆਉਣ ਨਾ, ਕਾਗਜ਼ ਲੈ ਕੇ ਆਉਣ, ਮੈਨੂੰ ਨਾਲ ਬੈਠਣ, ਨਾਲ TV ਚੈਨਲ ਸਾਹਮਣੇ ਲਾਈਵ ਬਿਠਾਉਣ ਵੀ ਆਹ ਦੇਖੋ ਜੀ ਆਹ ਗਲਤ ਕੰਮ ਆ, ਸਿਰਸੇ ਦਾ ਜਵਾਬ ਦੇ। ਜੇ ਨਹੀਂ ਦੇ ਸਕਾਂਗੇ ਉੱਠ ਕੇ ਹਟ ਜਾਵਾਂਗੇ। ਬਿਲਕੁਲ, ਇਹ ਸਾਡੇ ਨਾਲ ਮਨਜਿੰਦਰ ਸਿੰਘ ਸਿਰਸਾ ਨੇ, ਜੋ ਕਿ ਕਹਿ ਰਹੇ ਨੇ ਕਿ ਵਿਰੋਧੀ ਆਉਣ, ਮੈਂ ਜਵਾਬ ਦੇਣ ਨੂੰ ਤਿਆਰ ਹਾਂ। ਮੈਂ ਜਿੱਥੇ ਦਸਤਖਤ ਕੀਤੇ ਨੇ ਉਹਦੀ ਜ਼ਿੰਮੇਵਾਰੀ ਮੇਰੀ ਹੈ। ਦਿੱਲੀ ਕਮੇਟੀ ਸਿੱਖ ਧਰਮ ਲਈ, ਸਿੱਖਾਂ ਦੇ ਵਾਸਤੇ ਖੜੀ ਸੀ ਤੇ ਖੜੀ ਰਹੇਗੀ। ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਦਿਓ ਇਜਾਜ਼ਤ। ਧੰਨਵਾਦ।